जय भारत। ਕੀ ਕਹਿਣਾ ਚਾਹੁੰਦੇ ਆ ਜਿਹੜਾ ਯੂਪੀ ਦੇ ਵਿੱਚ ਬੜੀ ਮੰਦਭਾਗੀ ਘਟਨਾ ਮਨੀਸ਼ਾ ਦੇ ਨਾਲ ਵਾਪਰੀ ਹੈ ਪਰ ਸਰਕਾਰ ਕਹਿ ਰਹੀ ਹੈ ਕਿ ਇਹ ਚੀਜ਼ ਹੋਈ ਨਹੀਂ ਉਹਦੇ जय भीम जय भारत। साथियों, ਅੱਜ ਇਹ ਜਿਹੜੀ ਭਾਰਤ ਸਰਕਾਰ ਆ, ਜਿਹੜੀ ਜੋਗੀ ਸਰਕਾਰ ਆ, ਉੱਥੇ ਉਸ ਯੂਪੀ ਸਰਕਾਰ ਦੇ ਵਿੱਚ ਇੱਕ ਦਲਿਤ ਭਾਈਚਾਰੇ ਦੇ ਨਾਲ, ਸਾਡੀ ਦਲਿਤ ਬੇਟੀ ਦੇ ਨਾਲ ਮਨੀਸ਼ਾ ਵਾਲਮੀਕੀ ਜੀ ਜੋ ਉਹਦੇ ਨਾਲ ਜੋ ਇਹਨਾਂ ਨੇ ਘਿਨਾਉਣੀ ਹਰਕਤ ਕੀਤੀ ਆ ਬ੍ਰਾਹਮਣਵਾਦ ਨੇ, ਉਹ ਅਸੀਂ ਇੱਥੇ ਨਿੰਦਿਆ ਕਰਦੇ ਹਾਂ। ਔਰ ਨਾਲ ਹੀ ਜੋਗੀ ਸਰਕਾਰ ਨੇ ਜੋ ਇਹ ਕਿਹਾ ਕਿ ਉਹਦੇ ਨਾਲ ਬਲਾਤਕਾਰ ਨਹੀਂ ਹੋਇਆ, ਮੈਂ ਇਹ ਪੁੱਛਣਾ ਚਾਹੁੰਦਾ ਕਿ ਜਦੋਂ 14 ਤਰੀਕ ਨੂੰ ਲੜਕੀ ਦੇ ਨਾਲ ਇਹ ਦਰਿੰਦਗੀ ਹੋਈ ਆ, ਸਾਡੇ ਸਮਾਜ ਦੀ ਲੜਕੀ ਨਾਲ ਦਰਿੰਦਗੀ ਹੋਈ ਆ, ਉਸ ਵੇਲੇ ਜੋ ਕਾਨੂੰਨ ਹੈ ਕਿ 2 ਦਿਨਾਂ ਦੇ ਵਿੱਚ ਉਹਦੀ ਉਹ ਮੈਡੀਕਲ ਰਿਪੋਰਟ ਕਰਾਈ ਜਾਣੀ ਚਾਹੀਦੀ ਸੀਗੀ। ਇਹਨਾਂ ਨੇ ਉਹ ਨਹੀਂ ਕਰਾਈ। ਕਿਉਂ ਨਹੀਂ ਕਰਾਈ? ਕਿ ਉਹ ਠਾਕਰ ਸਮਾਜ ਦੇ ਨਾਲ ਸੰਬੰਧ ਰੱਖਦੇ ਆ। ਔਰ ਅੱਜ ਬੜੇ ਅਫਸੋਸ ਨਾਲ ਸਾਨੂੰ ਇਹ ਕਹਿਣਾ ਪੈਂਦਾ ਕਿ ਜੋਗੀ ਸਰਕਾਰ ਦੇ ਵਿੱਚ ਜੋ ਮੰਤਰੀ ਬੈਠੇ ਆ, ਜੋ ਉੱਥੇ ਦਾ ਡੀਐਮ ਆ, ਉਹ ਡੀਐਮ ਵੀ ਉਹਨਾਂ ਪਰਿਵਾਰ ਨੂੰ ਧਮਕਾ ਰਿਹਾ ਆ। ਮੈਂ ਕੱਲ੍ਹ ਦੇਖ ਰਿਹਾ ਸੀਗਾ ਉਹਦੇ ਚੈਨਲ ਉੱਤੇ, ਅੱਜ ਤੱਕ ਵਾਲਿਆਂ ਨੂੰ ਮੈਂ ਬਹੁਤ ਸ਼ਾਬਾਸ਼ ਦਿੰਦਾ ਆ ਕਿ ਉਹਨਾਂ ਨੇ ਇਹ ਮੁੱਦਾ ਬਹੁਤ ਜ਼ੋਰ ਸ਼ੋਰ ਨਾਲ ਚੱਕਿਆ। ਹੋਰ ਚੈਨਲ ਕੋਈ ਨਹੀਂ ਬੋਲਿਆ। ਅੱਜ ਤੱਕ ਵਾਲਿਆਂ ਨੇ ਗਰਾਊਂਡ ਜ਼ੀਰੋ ਤੋਂ ਇਹ ਮੁੱਦਾ ਚੱਕਿਆ, ਉਹ ਵੀ ਵਧਾਈ ਦੇ ਪਾਤਰ ਆ। ਉਹ ਦਿਖਾ ਰਹੇ ਸੀਗੇ ਕਿ ਇੱਕ ਡੀਐਮ ਕਹਿ ਰਿਹਾ ਸੀ ਇਹ ਜਿਹੜੇ ਚੈਨਲ ਆ, ਇਹ ਚੈਨਲ ਵਾਲਿਆਂ ਨੇ 1-2 ਦਿਨਾਂ 'ਚ ਚਲੇ ਜਾਣਾ ਆ, ਰਹਿਣਾ ਅਸੀਂ ਇੱਥੇ, ਤੁਸੀਂ ਇਹ ਸਮਝੌਤਾ ਕਰੋ। ਔਰ ਉਹ ਜੋ ਲੜਕੀ ਦਾ ਭਾਈ ਆ, ਉਹਦੀ ਗੱਲ ਨੂੰ ਮੈਂ ਉਹਨੂੰ ਸ਼ਾਬਾਸ਼ ਦਿੰਦਾ ਆ। ਤੁਸੀਂ ਮੈਡੀਕਲ ਰਿਪੋਰਟ ਦੀ ਗੱਲ ਕਰਦੇ ਪਏ, ਮੈਡੀਕਲ ਰਿਪੋਰਟ ਆ ਗਈ ਹੈ ਪਰ ਉਹ ਕਹਿੰਦੇ ਕਲੀਅਰ ਨਹੀਂ ਹੋਇਆ ਕਿ ਉਹਦਾ ਰੇਪ ਹੋਇਆ। ਮੈਡੀਕਲ ਰਿਪੋਰਟ ਮੈਂ ਉਹੀ ਦੱਸਣਾ ਚਾਹੁੰਦਾ ਕਿ ਜੋ ਡਾਕਟਰਾਂ ਦੀ ਰਿਪੋਰਟ ਹੈ, ਜਦੋਂ ਇੱਥੇ ਜਦੋਂ ਕਦੇ ਬਲਾਤਕਾਰ ਹੁੰਦਾ ਆ, ਸਾਡੀ ਜਿਹੜੀ ਇਹ ਪੰਜਾਬ ਗੌਰਮੈਂਟ ਹੈ, ਇਹ ਉਸੇ ਵੇਲੇ ਉਹਦਾ ਜਾ ਕੇ ਮੈਡੀਕਲ ਕਰਾਉਂਦੇ ਆ, ਉਹਦੇ ਵਿੱਚ ਉਹ ਰਿਪੋਰਟ ਆ ਜਾਂਦੀ ਆ। ਇਹਨਾਂ ਨੇ 15 ਦਿਨਾਂ ਬਾਅਦ ਰਿਪੋਰਟ ਕਰਾਈ ਜਾ ਲੜਕੀ ਦੀ। ਇਸ ਕਰਕੇ ਉਹ ਰਿਪੋਰਟ ਨੂੰ ਇਹ ਝੁਠਲਾ ਰਿਹਾ ਕਿਉਂਕਿ ਬਲਾਤਕਾਰ ਹੋ ਚੁੱਕਾ ਲੜਕੀ ਦਾ। ਲੜਕੀ ਨੂੰ ਉਹ ਖਿੱਚ ਕੇ ਲਗਾਏ ਆ, ਉਹਨੂੰ ਖਿੱਚ ਕੇ ਲਿਜਾ ਕੇ ਉਹਦੀ ਰੀੜ੍ਹ ਦੀ ਹੱਡੀ ਤੋੜੀ ਆ, ਉਹਦੀ ਜੀਭ ਵੀ ਕੱਟੀ ਆ, ਉਹਨਾਂ ਬਲਾਤਕਾਰ ਕੀਤਾ। ਔਰ ਲੜਕੀ ਮਰਨ ਤੋਂ ਪਹਿਲਾਂ ਬਿਆਨ ਦੇ ਰਹੀ ਆ ਕਿ ਇਹ ਲੜਕੇ ਆ, ਇਹਨਾਂ ਨੇ ਮੇਰੇ ਨਾਲ ਬਲਾਤਕਾਰ ਕੀਤਾ। ਤਾਂ ਫਿਰ ਕਿਉਂ ਇਹ ਜੋਗੀ ਸਰਕਾਰ ਕਹਿ ਰਹੀ ਆ ਕਿ ਬਲਾਤਕਾਰ ਨਹੀਂ ਹੋਇਆ? ਕਿਉਂਕਿ ਉੱਥੇ ਦਾ ਜੋ ਡੀਐਮ ਆ, ਉੱਥੇ ਦਾ ਜੋ ਡੀਜੀਪੀ ਆ, ਇਹ ਸਾਰੇ ਝੂਠ ਬੋਲ ਰਹੇ ਆ। ਤੋ ਸਾਥੀਓ, ਸਾਨੂੰ ਸਾਰਿਆਂ ਨੂੰ ਕਿ ਇੱਕ ਪਾਸੇ ਅਸੀਂ ਕਹਿ ਸਕਦੇ ਕਿ ਕੁੜੀ ਦਾ ਬਲਾਤਕਾਰ ਕਰਕੇ ਮੌਤ ਹੋਈ ਹੈ ਜਾਂ ਅਸੀਂ ਇਹਨੂੰ ਮਰਡਰ ਦਾ ਨਾਂ ਦੇ ਸਕਦੇ? ਕੁੜੀ ਦਾ ਬਲਾਤਕਾਰ ਕਰਕੇ ਉਹਨੂੰ ਜਦੋਂ ਉਹਨਾਂ ਕੁੜੀ ਨਾਲ ਰੇਪ ਹੋਇਆ, ਰੇਪ ਤੋਂ ਬਾਅਦ ਕੁੜੀ ਦੀ ਧੌਣ ਦੀ ਹੱਡੀ ਤੋੜੀ ਗਈ ਆ ਔਰ ਕੁੜੀ ਦੀ ਜੀਭ ਕੱਟੀ ਗਈ ਆ। ਕੋਈ ਵੀ ਪੀੜਤ ਆ, ਉਹ ਕਦੀ ਝੂਠ ਨਹੀਂ ਬੋਲਦਾ। ਜਿਹਦੇ ਨਾਲ ਹੋਇਆ ਉਹਨੂੰ ਪਤਾ ਕਿ ਮੇਰੇ ਨਾਲ ਕੀ ਹੋਇਆ। ਉਹ ਦੱਸ ਰਹੀ ਹੈ ਕਿ ਫਲਾਣੇ ਬੰਦੇ, 2 ਬੰਦੇ ਫਲਾਣੇ ਆ, ਬਾਕੀ ਨੱਠ ਗਏ ਸਾਰੇ। ਉਹ ਲੜਕੀ ਬੋਲ ਰਹੀ ਆ ਔਰ ਚੈਨਲ ਵਾਲੇ ਦਿਖਾ ਰਹੇ ਆ ਇਹ। ਔਰ ਇਹ ਜੋਗੀ ਸਰਕਾਰ ਕਹਿ ਰਹੀ ਆ ਬਲਾਤਕਾਰ ਨਹੀਂ ਹੋਇਆ। ਔਰ ਅਗਰ ਬਲਾਤਕਾਰ ਨਹੀਂ ਹੋਇਆ ਤੇ ਲੜਕੀ ਨੇ ਮਰਨ ਤੋਂ ਪਹਿਲਾਂ ਕਿਉਂ ਕਿਹਾ ਕਿ ਮੇਰੇ ਨਾਲ ਇਹਨਾਂ ਨੇ ਰੇਪ ਕੀਤਾ? ਜੋ ਅੱਜ ਗਵਰਨਮੈਂਟ, ਜੋ ਅੱਜ ਕੋਰਟ ਆ, ਕੋਰਟ ਵੀ ਮੰਨਦਾ ਆ, ਜਿੰਦੀ ਕੁੜੀ ਆ, ਉਹਨੇ ਬਿਆਨ ਦੇ ਦਿੱਤਾ ਆ ਬਲਾਤਕਾਰ ਹੋਇਆ, ਉਹਦੇ ਨਾਲ ਦਰਿੰਦਗੀ ਹੋਈ ਆ। ਕਾਰਨ ਕੀ ਆ ਕਿ ਉਹ ਬ੍ਰਾਹਮਣ ਸਮਾਜ ਨਾਲ ਸੰਬੰਧਿਤ ਹੈ। ਉੱਥੇ ਉਹ ਵੀ ਦਿਖਾ ਰਿਹਾ, ਨਾਲ ਉਹਨਾਂ ਦੀ ਉਹ ਸਭਾ ਹੋ ਰਹੀ ਆ, ਉਹ ਗੁੰਡਾਗਰਦੀ ਕਰ ਰਹੇ ਆ ਔਰ ਉਹਨਾਂ ਨੂੰ ਧਮਕਾ ਰਹੇ ਆ। ਉੱਥੇ ਮੈਂ ਵੈਸੇ ਚਲੋ ਮੈਂ ਕਿਸੇ ਪਾਰਟੀ ਦਾ ਨਾਂ ਨਹੀਂ ਲੈਂਦਾ, ਸਾਡੇ ਜੋ ਸਮਾਜ ਦੇ ਲੋਕ ਉੱਥੇ ਗਏ ਆ, ਉਹਨਾਂ ਨੇ ਉਹਨੂੰ ਕਿਹਾ ਹੈ ਕਿ ਇਹ ਸੇਫ ਹੋਣੇ ਚਾਹੀਦੇ ਆ। ਉਹਨੇ ਇਹ ਗੱਲ ਕਹੀ। ਜ਼ਿਕਰ ਕੀਤਾ ਕਿ ਤੁਹਾਡੇ ਸਮਾਜ ਦੇ ਕੁਝ ਲੋਕ ਗਏ, ਬੜਾ ਅਹਿਮ ਸਵਾਲ ਬਣ ਜਾਂਦਾ ਕਿ ਉੱਥੇ ਜਦੋਂ ਕੁੜੀ ਨੂੰ ਸਾੜਿਆ ਗਿਆ, ਕੁੜੀ ਨੂੰ ਪੌਣੇ 3 ਦੇ ਹਾਂ, ਬਿਲਕੁਲ, ਉਦੋਂ ਚੰਦਰ ਸ਼ੇਖਰ ਆਜ਼ਾਦ ਕਿੱਥੇ ਸੀ? ਇਹ ਵੀ ਮੈਂ ਦੱਸਣਾ ਚਾਹੁੰਦਾ। ਇਹ ਜੋ ਲੜਕੀ ਦੇ ਭਰਾ ਨੇ ਬਿਆਨ ਦਿੱਤਾ ਕਿ ਉੱਥੇ ਅਸੀਂ ਗਏ ਆ, ਦਿੱਲੀ ਗਏ ਆ, ਇਹ ਸਾਡੇ ਬਿਨਾਂ ਹੀ ਉੱਥੋਂ ਬਾਡੀ ਕੱਢ ਕੇ ਲੈ ਆ। ਕਿਸੇ ਨੂੰ ਕੋਈ ਪਤਾ ਨਹੀਂ ਬਾਡੀ ਆਈ ਆ। ਇਹਨਾਂ ਰਾਤ ਨੂੰ 2:30 ਵਜੇ ਇਹ ਗੱਲਾਂ ਛਪਾਉਣ ਦੀ ਖਾਤਰ ਉਹਨੂੰ ਕਰੋਸੀਨ ਦਾ ਤੇਲ ਪਾ ਕੇ ਉਹ ਦਿਖਾ ਰਹੇ ਆ, ਚੈਨਲ ਦਿਖਾ ਰਹੇ, ਤੇਲ ਪਾਈ ਜਾ ਰਹੇ ਉਹਦੇ ਉੱਤੇ, ਤੇਲ ਪਾ ਕੇ ਲੜਕੀ ਸੜ ਗਿਆ। ਇਹ ਤਾਂ ਹੁਣ ਉਹ ਦੇਖੋ ਜੀ, ਉਸ ਵੇਲੇ 2:30 ਵਜੇ ਕੀ ਪਤਾ ਹੁਣ ਇਹਦਾ ਸਮਾਜ, ਜਦੋਂ ਪਤਾ ਲੱਗਣਾ ਉਦੋਂ ਜਾਣਾ। ਪਰ ਉਸ ਤੋਂ ਪਹਿਲਾਂ ਵੀ ਉਹ ਪ੍ਰੋਟੈਸਟ ਤੇ ਬੈਠੇ ਰਹੇ, ਕਿੰਨੀ ਦੇਰ ਵੀ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ, ਜਿਨ੍ਹਾਂ ਨੂੰ ਫੜਿਆ ਜਾਣਾ ਚਾਹੀਦਾ, ਫਿਰ ਉਸ ਦਿਨ ਵੀ ਉਹਨਾਂ ਨੂੰ ਹੋਣਾ ਚਾਹੀਦਾ ਸੀ। ਇਹਨੂੰ ਕਿਵੇਂ ਸਮਝਦੇ? ਬਿਲਕੁਲ ਹੋਣਾ ਚਾਹੀਦਾ। ਉਹ ਨਹੀਂ ਗਏ, ਇਹ ਤਾਂ ਹੁਣ ਉਹਨਾਂ ਨੂੰ ਪਤਾ ਹੋਊਗਾ ਜੀ। ਮੈਂ ਤਾਂ ਇਹ ਗੱਲ ਕਰਦਾ ਵੀ ਸਾਡੇ ਸਮਾਜ ਨੂੰ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ। ਪਾਰਟੀ ਵਾਈਜ਼ ਉੱਠ ਕੇ, ਕੋਈ ਪਾਰਟੀ ਵਾਈਜ਼ ਨਹੀਂ ਵਿੱਚ ਹੋਣੀ ਚਾਹੀਦੀ, ਪਾਰਟੀ ਵਾਈਜ਼ ਉੱਠ ਕੇ ਇਹ ਸੰਘਰਸ਼ ਕਰਨਾ ਚਾਹੀਦਾ। ਉਸ ਲੜਕੀ ਨੂੰ ਜੋ ਦਰਿੰਦਿਆਂ ਨੇ, ਦੇਖੋ ਇੱਕ ਉਹ ਕਿੱਥੇ ਹੋਈ ਸੀ, ਸਜ਼ਾ ਹੋਇਆ ਸੀ ਕਾਂਡ, ਉੱਥੇ 4 ਇਨਕਾਊਂਟਰ ਕਰਕੇ ਮਾਰਤੇ ਸੀਗੇ ਹੈਦਰਾਬਾਦ 'ਚ। ਇੱਥੇ ਕਿਉਂ ਨਹੀਂ ਇੰਟਰਕਾਊਂਟਰ ਕਿਉਂ ਨਹੀਂ ਹੋਇਆ? ਇੱਥੇ ਇਹਨਾਂ ਨੂੰ ਵੀ ਮਾਰ ਦਿੰਦੇ ਤੇ ਲੋਕਾਂ ਨੂੰ ਪਤਾ ਲੱਗ ਜਾਣਾ ਸੀ ਬੇਇਨਸਾਫ ਮਿਲ ਗਿਆ। ਪਰ ਇਹ ਗੱਲ ਆ, ਅਸੀਂ ਜਿੰਨਾ ਚਿਰ ਉਹਨਾਂ ਦੋਸ਼ੀਆਂ ਨੂੰ ਫਾਂਸੀ ਨਹੀਂ ਹੁੰਦੀ, ਉਹਨਾਂ ਚਿਰ ਸਮਾਜ ਨੂੰ ਇਨਸਾਫ ਨਹੀਂ ਮਿਲੇਗਾ।
ਅਸੀਂ ਇਹ ਅਪੀਲ ਕਰਦੇ ਹਾਂ ਕਿ ਇਹਨਾਂ ਦੋਸ਼ੀਆਂ ਨੂੰ ਫਾਸਟ ਟਰੈਕ ਦੇ ਵਿੱਚ ਜਲਦੀ ਤੋਂ ਜਲਦੀ ਫਾਂਸੀ ਦਿੱਤੀ ਜਾਵੇ। ਜੈ ਭੀਮ ਜੈ ਭਾਰਤ। ਜੇ ਗੱਲ ਆਉਂਦੀ ਹੈ ਕਿ ਨੌਜਵਾਨ ਪੀੜ੍ਹੀ ਹੈ ਜਿਹੜੀ ਬੜੀ ਉੱਭਰ ਕੇ ਆ ਰਹੀ, ਸੋਸ਼ਲ ਮੀਡੀਆ ਤੇ ਸਾਡਾ ਸਭ ਤੋਂ ਅੱਗੇ ਹੈ ਤੇ ਫਟਾਫਟ ਕੁਇਕਲੀ ਸਾਨੂੰ ਇਨਫੋਰਮੇਸ਼ਨ ਜਿਹੜੀ ਉਹ ਸਾਨੂੰ ਭੇਜ ਦਿੰਦਾ, ਸਪਰੈਡ ਕਰ ਦਿੰਦਾ, ਪਰ ਉਹਦੇ ਤੇ ਬਾਰ-ਬਾਰ ਇਹ ਚੀਜ਼ ਪਾਈ ਜਾ ਰਹੀ ਹੈ ਕਿ ਬੀਐਸਪੀ ਇਹ ਕਰ ਰਹੀ ਹੈ, ਬੀਐਸਪੀ ਇਹ ਕਰ ਰਹੀ ਹੈ। ਮੇਰਾ ਸਵਾਲ ਇਹ ਹੈ ਕਿ ਉਸ ਦਿਨ ਮਾਇਆਵਤੀ ਕਿੱਥੇ ਸੀ? ਮਾਇਆਵਤੀ ਮੌਕੇ ਤੇ ਕਿਉਂ ਨਹੀਂ ਪਹੁੰਚੀ? ਜੇ ਪ੍ਰਿयंका ਗਾਂਧੀ, ਰਾਹੁਲ ਗਾਂਧੀ ਆ ਸਕਦੇ ਤੇ ਮਾਇਆਵਤੀ ਤਾਂ ਮੌਜੂਦ ਉਸ ਜਗ੍ਹਾ ਤੇ ਸੀ। ਦੇਖੋ, ਚਾਹੇ ਮਾਇਆਵਤੀ ਹੋਵੇ, ਚਾਹੇ ਚੰਦਰਸ਼ੇਖਰ ਆਜ਼ਾਦ ਹੋਵੇ, ਚਾਹੇ ਰਾਹੁਲ ਗਾਂਧੀ ਹੋਵੇ, ਚਾਹੇ ਪ੍ਰਿयंका ਹੋਵੇ, ਇਹ ਪੋਲੀਟੀਕਲ ਪਾਰਟੀਆਂ ਦੇ ਲੀਡਰ ਆ। ਇਹ ਕਿਤੇ ਨਾ ਕਿਤੇ ਜਿਹੜੇ ਆ ਰਾਜਨੀਤੀ ਕਰਦੇ ਆ, ਠੀਕ ਹੈ ਨਾ। ਨਹੀਂ, ਦੇਖੋ, ਚਾਹੇ ਤੁਸੀਂ ਐਸੀ ਦੀ ਗੱਲ ਕਰੋ, ਜੇ ਲੋਕ ਸਹੀ ਢੰਗ ਦੇ ਨਾਲ ਲੜਾਈ ਲੜਦੇ ਤਾਂ ਸਾਡੇ ਸਮਾਜ ਦੇ ਉੱਤੇ ਜਿਹੜੇ ਰੇਪ ਹੋ ਰਹੇ ਆ ਉਹ ਕਦੋਂ ਦੇ ਰੁਕ ਜਾਣੇ ਸੀਗੇ, ਕਿਉਂਕਿ ਸੰਵਿਧਾਨ ਲਾਗੂ ਹੋ ਜਾਣਾ ਸੀਗਾ, ਠੀਕ ਹੈ ਨਾ। ਪਰ ਕਿਤੇ ਨਾ ਕਿਤੇ ਇਹ ਜਿਹੜੇ ਆ, ਇਹਨਾਂ ਨੂੰ ਸਰਕਾਰਾਂ ਦਾ ਡਰ ਆ, CBI ਦਾ ਡਰ ਹੈਗਾ, ਇਹ ਖੁੱਲ੍ਹ ਕੇ ਸਾਹਮਣੇ ਨਹੀਂ ਆਉਂਦੇ। ਸਿਰਫ ਘਰੋਂ ਬਾਹਰ ਨਿਕਲ ਕੇ ਸੜਕਾਂ 'ਤੇ ਆ ਕੇ ਪ੍ਰੋਟੈਸਟ ਕਰਨ ਦੀ ਬਜਾਏ ਜਿਹੜਾ ਇੱਕ ਟਵੀਟ ਕਰਨਾ ਜਿਹੜਾ ਆ ਉਹ ਪਸੰਦ ਕਰਦੇ। ਉਹਨਾਂ ਸਾਡੇ ਸਮਾਜ ਤੇ ਜਿਹੜੇ ਜ਼ੁਲਮ ਜਾਤੀ ਰੁਕਣ ਵਾਲੀ ਨਹੀਂ ਹੈਗੀ, ਕਿਉਂਕਿ ਦੇਖੋ ਇੰਨੀ ਜ਼ਿਆਦਾ ਦਰਦਨਾਕ ਘਟਨਾ ਹੋਵੇ, ਸਰੀਰ ਦੇ ਰੌਂਗਟੇ ਖੜੇ ਕਰਨ ਵਾਲੀ, ਸਾਡੇ ਵਰਗਿਆਂ ਨੌਜਵਾਨਾਂ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ, ਕਿਉਂਕਿ ਸਾਡੀਆਂ ਇਸ ਦੇਸ਼ ਦੇ ਵਿੱਚ ਮੈਂ ਦੇਖਦਾ ਪਿਆ ਕਿ ਇਹ ਦੁੱਧ ਪੀਂਦੀਆਂ ਬੱਚੀਆਂ ਵੀ ਜਿਹੜੀਆਂ ਆ ਉਹ ਸੇਫ ਨਹੀਂ ਹੈਗੀਆਂ। ਕਿ ਜਦੋਂ ਆਪਾਂ ਸੁਣੀਦਾ ਕਿ 6 ਮਹੀਨੇ ਦੀ ਬੱਚੀ ਦੇ ਨਾਲ ਰੇਪ ਹੋ ਗਿਆ, 2 ਸਾਲਾਂ ਦੀ ਬੱਚੀ ਨਾਲ ਰੇਪ ਹੋ ਗਿਆ, 3 ਸਾਲਾਂ ਦਾ, ਮੀਨਿੰਗ ਹੁਣ ਉਹ ਜਿਹੜੇ ਬੱਚੇ ਆ ਉਹਨਾਂ ਨੂੰ ਜਦ ਕਿ ਪਤਾ ਵੀ ਨਹੀਂ ਇਸ ਚੀਜ਼ ਬਾਰੇ ਕਿ ਕੀ ਹੈਗਾ, ਇੰਨੀ ਜ਼ਿਆਦਾ ਦਰਿੰਦਗੀ ਹੁੰਦੀ ਹੈਗੀ ਆ। ਤੇ ਇਹ ਜਿਹੜੇ ਲੀਡਰ ਆਏ ਆਪਣੇ ਘਰਾਂ ਦੇ ਵਿੱਚ ਬੈਠੇ ਹੈਗੇ, ਆ ਵੀ ਲੀਡਰ ਜਿਹੜੇ ਤਾਂ ਨਿਕਲ ਕੇ ਆਏ ਹੈਗੇ ਆ ਕਿਉਂਕਿ ਇਹ ਜਦੋਂ ਸੋਸ਼ਲ ਮੀਡੀਆ ਦੇ ਉੱਤੇ ਨਿਕਲ ਗਈ ਹੈਗੀ ਆ। ਬਾਕੀ ਜੇ ਤੁਸੀਂ ਗੱਲ ਕਹੋ ਕਿ ਬਹੁਤ ਸਾਰੇ ਲੋਕ, ਸਾਡਾ ਸਮਾਜ ਜਿਹੜਾ ਆ ਉਹ ਆਪਣੀ ਅਣਖ ਇੱਜ਼ਤ ਨੂੰ ਰੱਖਦਾ ਹੋਇਆ, ਬਹੁਤ ਸਾਰੇ ਕੇਸ ਜਿਹੜੇ ਆ ਇੱਦਾਂ ਦੇ ਸਾਹਮਣੇ ਨਹੀਂ ਆਉਂਦੇ। ਯੂਪੀ ਬਿਹਾਰ ਦੀ ਗੱਲ ਕਰੀਏ ਜਾਂ ਮੱਧ ਪ੍ਰਦੇਸ਼ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਇੱਦਾਂ ਦੇ ਕੇਸ ਆ ਜਿੱਥੇ ਲੜਕੀਆਂ ਗਾਇਬ ਹੋ ਜਾਂਦੀਆਂ ਪਰ ਉਹਨਾਂ ਦੇ ਘਰ ਦੇ ਰਿਪੋਰਟ ਲਿਖਾਉਣ ਤੱਕ ਨਹੀਂ ਜਾਂਦੇ। ਚਾਹੇ ਉਹਨਾਂ ਨੂੰ ਠਾਕੁਰ ਲੋਕਾਂ ਦਾ, ਬ੍ਰਾਹਮਣਵਾਦੀ ਲੋਕਾਂ ਦਾ, ਉੱਚੀਆਂ ਕਾਸਟਾਂ ਦਾ ਜਿਹੜਾ ਆ ਉੱਥੇ ਜ਼ਿਆਦਾ ਦਬਦਬਾ ਆ, ਉਹਨਾਂ ਦਾ ਡਰ ਹੁੰਦਾ ਹੋਵੇ। ਯੋਗੀ ਸਾਹਿਬ ਇਹ ਕਲੀਅਰ ਕਰ ਚੁੱਕੇ ਨੇ ਕਿ ਠਾਕੁਰਾਂ ਦਾ ਖੂਨ ਗਰਮ ਹੁੰਦਾ ਤੇ ਗਲਤੀਆਂ ਹੋ ਜਾਂਦੀਆਂ। ਦੇਖੋ, ਉਹਨਾਂ ਨੇ ਪਹਿਲਾਂ ਵੀ ਬਿਆਨ ਦਿੱਤੇ ਹੈਗੇ। ਇੱਥੇ ਸਮ੍ਰਿਤੀ ਇਰਾਨੀ ਚੰਡੀਗੜ੍ਹ ਤੋਂ ਮੈਂਬਰ ਪਾਰਲੀਮੈਂਟ ਆ BJP ਦੀ, ਉਹਨੇ ਵੀ ਬਿਆਨ ਦਿੱਤਾ ਸੀਗਾ ਕਿ ਰੇਪ ਤਾਂ ਸਾਡੀ ਸੰਸਕ੍ਰਿਤੀ ਹੈਗੀ ਆ। ਇੱਦਾਂ ਦੇ ਚਾਹੇ ਮੋਦੀ ਹੋਣੀ ਹੋਣ, ਯੋਗੀ ਹੋਣੀ ਹੋਣ, ਇਹ ਗੰਦੇ ਮੰਦੇ ਬਿਆਨ ਜਿਹੜੇ ਆ ਦਿੰਦੇ ਰਹਿੰਦੇ ਹੈਗੇ ਆ, ਠੀਕ ਆ। ਤੇ ਪਰ ਖੂਨ ਜਿਹੜੇ ਇਹਨਾਂ ਦੇ ਗਰਮ ਆ ਉਹ ਤਾਂ ਦੇਖੋ ਸਾਡੇ ਸਮਾਜ ਦਾ ਇਤਿਹਾਸ ਸਾਰੇ ਜਾਣਦੇ ਆ, ਠੀਕ ਆ ਨਾ। ਤੁਸੀਂ ਫੂਲਨ ਦੇਵੀ ਨੂੰ ਸਾਰੇ ਜਾਣਦੇ ਆ, ਉਹਨੇ 22 ਬਲਾਤਕਾਰੀਆਂ ਦੇ ਜਿਹੜੇ ਕਤਲ ਕਰਕੇ, ਇਸ ਟਾਈਮ ਸਿਰਫ ਅਸੀਂ ਇਸ ਕਰਕੇ ਚੁੱਪ ਆ, ਸਾਡੀਆਂ ਭੈਣਾਂ ਇਸ ਕਰਕੇ ਚੁੱਪ ਆ ਕਿਉਂਕਿ ਅਸੀਂ ਡਾਕਟਰ ਬਾਬਾ ਸਾਹਿਬ ਅੰਬੇਡਕਰ ਜੀ ਨੂੰ ਮੰਨਣ ਵਾਲੇ ਲੋਕ ਆ ਤੇ ਅਸੀਂ ਸੰਵਿਧਾਨ ਦੇ ਵਿੱਚ ਪੂਰਾ ਵਿਸ਼ਵਾਸ ਰੱਖਦੇ ਆ, ਠੀਕ ਹੈ ਨਾ। ਅਸੀਂ ਹਥਿਆਰ ਜਿਹੜਾ ਆ ਉਹ ਆਪਣੇ ਹੱਥ ਦੇ ਵਿੱਚ ਚੱਕਣਾ ਨਹੀਂ ਚਾਹੁੰਦੇ, ਨਹੀਂ ਤਾਂ ਗਰਮ ਖੂਨ ਤਾਂ ਸਾਨੂੰ ਛੇਤੀ ਠੰਡਾ ਕਰਨਾ ਆਉਂਦਾ, ਚਾਹੇ ਠਾਕਰ ਹੋਵੇ ਚਾਹੇ ਕੋਈ ਵੀ ਹੋਵੇ। ਤਾਂ ਜੇ ਅਸੀਂ ਹਜੇ ਵੀ ਸੰਵਿਧਾਨ ਦੇ ਕੋਲੋਂ ਪੂਰੀ ਆਸ ਰੱਖਦੇ, ਸਾਨੂੰ ਇਹਨਾਂ ਸਰਕਾਰਾਂ ਕੋਲੋਂ ਕੋਈ ਆਸ ਨਹੀਂ ਹੈਗੀ। ਸਾਨੂੰ ਸੰਵਿਧਾਨ ਤੇ ਯਕੀਨ ਹੈਗਾ ਕਿ ਸਾਨੂੰ ਇੱਕ ਨਾ ਇੱਕ ਦਿਨ ਜਿਹੜਾ ਆ ਇਨਸਾਫ ਜ਼ਰੂਰ ਮਿਲੇਗਾ। ਅਸੀਂ ਸੰਵਿਧਾਨਿਕ ਲੜਾਈ ਲੜਨੀ ਚਾਹੁੰਦੇ ਆ, ਅਸੀਂ ਹਥਿਆਰ ਨਹੀਂ ਚੱਕਣਾ ਚਾਹੁੰਦੇ। ਪਰ ਜੇ ਇਹ ਸੰਵਿਧਾਨ ਨੂੰ ਖਤਮ ਕਰਕੇ ਸਰਕਾਰਾਂ ਜਿਹੜੀਆਂ ਮਨੁਸਮ੍ਰਿਤੀ ਲਾਗੂ ਕਰਨੀਆਂ ਚਾਹੁੰਦੀਆਂ ਤੇ ਫਿਰ ਅਸੀਂ ਹਥਿਆਰ ਚੱਕਣ ਲੱਗੇ ਵੀ ਜਿਹੜਾ ਆ ਉਹ ਟਾਈਮ ਨਹੀਂ ਲਾਵਾਂਗੇ। ਫਿਰ ਅਸੀਂ ਆਪਣੀਆਂ ਭੈਣਾਂ ਦੀ ਇੱਜ਼ਤ ਦੇ ਲਈ ਆਰ-ਪਾਰ ਦੀ ਲੜਾਈ ਜਿਹੜੀ ਆ ਉਹ ਲੜਾਂਗੇ। ਕੀ ਤੁਹਾਨੂੰ ਹਜੇ ਵੀ ਲੱਗਦਾ ਹੈ ਕਿ ਕਿਤੇ ਨਾ ਕਿਤੇ ਮਨੀਸ਼ਾ ਨੂੰ ਇਨਸਾਫ ਮਿਲ ਜਾਊਗਾ? ਕਿਉਂਕਿ 30 ਸਾਲ ਜਿਹੜੇ ਕੇਸਿਸ ਇਹੋ ਜਿਹੇ ਨੇ ਉਹ ਪੈਂਡਿੰਗ ਪਏ ਨੇ। ਦੇਖੋ, ਮੈਂ ਨਾਲ ਹੀ ਹਾਲ ਦੇ ਵਿੱਚ ਜਦੋਂ ਮਨੀਸ਼ਾ ਦਾ ਹੁੰਦਾ ਤੇ ਥੋੜੀ ਦੂਰੀ ਤੇ ਬਲਰਾਮਪੁਰ ਦੇ ਵਿੱਚ ਮਾਧਵੀ ਦਾ ਹੋ ਜਾਂਦਾ, ਫਿਰ ਰਾਜਸਥਾਨ ਦੇ ਵਿੱਚ ਹੋ ਜਾਂਦਾ, ਲਗਾਤਾਰ ਇਹ ਕੇਸਿਸ ਇਕੱਠੇ ਹੋਣੇ। ਹਾਂਜੀ, ਇਹ ਕਿੱਥੇ ਦਾ ਇਨਸਾਫ ਦਿਵਾਉਣਾ ਚਾਹੁੰਦੇ? ਮੈਂ ਤੁਹਾਨੂੰ ਦੱਸਦਾ, ਦੇਖੋ, ਇੱਕ ਹੁੰਦਾ ਆ ਰੇਪ, ਇੱਕ ਕਿਸੇ ਨੇ ਕਿਸੇ ਹਵਸ ਆਪਣੀ ਮਿਟਾਉਣ ਦੇ ਲਈ ਕਿਸੇ ਨੇ ਰੇਪ ਕਰ ਲਿਆ। ਇੱਕ ਹੁੰਦਾ ਰੇਪ ਤੋਂ ਬਾਅਦ ਜਿਹੜੀ ਉਹਦੀ ਜੀਭ ਕੱਟ ਦੇਣੀ, ਉਹਦੀ ਗਰਦਨ ਦੀ ਹੱਡੀ ਤੋੜ ਦੇਣੀ, ਠੀਕ ਹੈ ਨਾ। ਉਸ ਤੋਂ ਬਾਅਦ ਸਾਡਾ ਜਿਹੜਾ ਬਿਕਾਊ ਮੀਡੀਆ ਹੈਗਾ ਆ ਉਹ ਕਹਿਣਦੇ ਆ ਜੀ ਨਹੀਂ ਉਹਦੀ ਤਾਂ ਡਿਗਣ ਦੇ ਨਾਲ, ਲੀਡਰ ਕਹਿ ਰਹੇ, ਬਿਆਨ ਦੇ ਰਹੇ ਆ, DM ਕਹਿ ਰਹੇ ਜੀ ਉਹਦੀ ਡਿਗਣ ਦੇ ਨਾਲ ਜਿਹੜੀ ਆ ਜੀਭ ਕੱਟ ਹੋ ਗਈ ਆ, ਹੱਡੀ ਟੁੱਟ ਗਈ ਆ। ਪਿੱਛੇ ਜੇ ਇੱਕ ਫਿਲਮ ਆਈ ਸੀ ਆਰਟੀਕਲ 15, ਉਹਦੇ ਵਿੱਚ 3 ਕੁੜੀਆਂ ਦਾ ਰੇਪ ਕੀਤਾ ਸੀਗਾ। ਰੇਪ ਕਰਕੇ ਉਹਨਾਂ ਨੂੰ ਟੰਗ ਦਿੱਤਾ ਗਿਆ ਸੀਗਾ। ਉਹ ਟੰਗਣ ਦਾ ਮਤਲਬ ਜਾਂ ਜੀਭ ਕੱਟਣ ਦਾ ਮਤਲਬ, ਕਿਉਂਕਿ ਦੇਖੋ ਅਸੀਂ ਆਪਣੇ ਇਤਿਹਾਸ ਪੜ੍ਹ ਕੇ ਦੇਖੀਏ, ਇਹ ਜਿਹੜੇ ਲੋਕ ਆ ਨਾ, ਜੀਭ ਕੱਟਣਾ, ਕੰਨਾਂ ਦੇ ਵਿੱਚ ਸਿੱਕੇ ਪਾਉਣਾ, ਸਾਡੇ ਅੱਗੇ ਕੁੱਜੇ ਬੰਨਣਾ, ਪਿੱਛੇ ਝਾੜੂ ਬੰਨਣਾ, ਇਹਨਾਂ ਦਾ ਜਿਹੜਾ ਪੁਰਾਣਾ ਇਤਿਹਾਸ ਆ ਇਹ ਉਹੀ ਇਤਿਹਾਸ ਦੁਹਰਾਉਣਾ ਚਾਹੁੰਦੇ ਆ। ਸਾਡੇ ਪਿੱਛੇ ਇਹ ਛਾਪੇ ਬੰਨਣਾ ਚਾਹੁੰਦੇ ਆ। ਕੁੜੀਆਂ ਨੂੰ ਉਹਨਾਂ ਦੇ ਉੱਤੇ ਇੰਨੀ ਜ਼ਿਆਦਾ ਜ਼ੁਲਮ ਕਰਨ ਦਾ ਮਤਲਬ ਇਹ ਆ ਕਿ ਮਨੁਸਮ੍ਰਿਤੀ ਲਾਗੂ ਹੋ ਚੁੱਕੀ ਹੈ। ਔਰਤ ਦੇ ਦਿਲ 'ਚ ਡਰ ਪਾਉਣਾ ਚਾਹੁੰਦੇ ਆ ਕਿਉਂਕਿ ਬਾਬਾ ਸਾਹਿਬ ਅੰਬੇਡਕਰ ਦੀ ਬਦੌਲਤ ਔਰਤਾਂ ਜਿਹੜੀਆਂ ਆ ਪ੍ਰਾਈਮ ਮਿਨਿਸਟਰ ਬਣ ਗਈਆਂ, ਰਾਸ਼ਟਰਪਤੀ ਦੀ ਕੁਰਸੀ ਤੱਕ ਪਹੁੰਚ ਗਈਆਂ, SDM ਬਣੀਆਂ ਹੈਗੀਆਂ, DC ਲੱਗ ਗਈਆਂ ਹੈਗੀਆਂ। ਹਰ ਇੱਕ ਅਦਾਰੇ ਦੇ ਵਿੱਚ ਜਿਹੜੀਆਂ ਅੱਜ ਕੁੜੀਆਂ ਪਾਇਲਟ ਵੀ ਬਣ ਗਈਆਂ ਹੈਗੀਆਂ, ਕਲਪਨਾ ਚਾਵਲਾ ਵਰਗੀਆਂ ਇਸ ਦੇਸ਼ ਦੇ ਵਿੱਚ, ਮੀਨਿੰਗ ਉਹਨੂੰ ਪਤਾ। ਇਹ ਲੋਕ ਚਾਹੁੰਦੇ ਆ ਕਿ ਜਿਹੜੀ ਔਰਤ ਆ ਉਹ ਬਾਹਰ ਨਾ ਨਿਕਲੇ, ਉਹਦੇ ਦਿਲ 'ਚ ਇੱਕ ਡਰ ਪਾ ਦਈਏ ਕਿ ਜੇ ਮੈਂ ਬਾਹਰ ਨਿਕਲੂੰਗੀ ਮੇਰੇ ਨਾਲ ਛੇੜਖਾਨੀ ਹੋਊਗੀ, ਮੇਰੇ ਨਾਲ ਕਿਤੇ ਰੇਪ ਹੋ ਜਾਏਗਾ। ਔਰਤ ਨੂੰ ਸਿਰਫ ਕਿਚਨ ਤੱਕ ਹੀ ਸੀਮਤ ਕਰ ਦਈਏ। ਇਹ ਸਾਨੂੰ
ਸਾਡੀਆਂ ਔਰਤਾਂ ਨੂੰ, ਸਾਡੀਆਂ ਭੈਣਾਂ ਨੂੰ ਦੇਵਦਾਸੀਆਂ ਬਣਾ ਕੇ ਜਿਹੜੇ ਆ ਦੁਬਾਰਾ ਮੰਦਿਰਾਂ ਦੇ ਵਿੱਚ ਦਾਸੀਆਂ ਬਣਾ ਕੇ ਰੱਖਣਾ ਚਾਹੁੰਦੇ ਆ। ਉਹਨਾਂ ਦੇ ਨਾਲ ਜਿੱਦਾਂ ਮਰਜ਼ੀ ਆਪਣੀ ਹਵਸ ਮਟਾਉਣ, ਜੋ ਮਰਜ਼ੀ ਕਰਨ, ਤੇ ਸਾਨੂੰ ਇੰਨਾ ਕੁ ਗੁਲਾਮ ਬਣਾ ਕੇ ਰੱਖਣਾ ਚਾਹੁੰਦੇ ਆ ਕਿ ਅਸੀਂ ਬੋਲ ਵੀ ਨਾ ਸਕੀਏ। ਤਾਂ ਜਿਹੜੇ ਸਾਡੇ ਸੰਵਿਧਾਨਿਕ ਰਾਈਟ ਸਾਨੂੰ ਬਾਬਾ ਸਾਹਿਬ ਅੰਬੇਡਕਰ ਨੇ ਲੈ ਕੇ ਦਿੱਤੇ ਹੈਗੇ ਆ, ਉਹਨਾਂ ਨੂੰ ਖਤਮ ਕਰਨਾ ਚਾਹੁੰਦੇ ਆ। ਹੋਰ ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਜਿੰਨਾ ਇਹ ਜ਼ੁਲਮ ਜਾਤੀ ਵੱਧ ਗਈ ਆ, ਜੇ ਦੇਸ਼ ਦੀਆਂ ਔਰਤਾਂ ਨੇ ਅੱਜ ਵੀ ਬਾਬਾ ਸਾਹਿਬ ਅੰਬੇਡਕਰ ਨੂੰ ਪੜ੍ਹਨਾ ਨਹੀਂ ਸ਼ੁਰੂ ਕੀਤਾ, ਅੱਜ ਵੀ ਉਹ ਹਿੰਦੂ ਇਹਨਾਂ ਦੇ ਧਰਮ ਦੇ ਮਗਰ ਲੱਗੀਆਂ ਰਹਿਣਗੀਆਂ, ਜਿਹੜਾ ਇਹਨਾਂ ਨੂੰ ਪੈਰ ਦੀ ਜੁੱਤੀ ਠਹਿਰਾਉਂਦਾ ਆ। ਆਉਣ ਵਾਲੇ ਟਾਈਮ ਦੇ ਵਿੱਚ ਕਿਸੇ ਪਿੰਡ ਦੀ ਖਬਰ ਆਊਗੀ ਕਿ ਇੱਕ ਪਤੀ ਮਰ ਗਿਆ, ਔਰਤ ਨੂੰ ਉਹਦੇ ਨਾਲ ਹੀ ਸਾੜ ਦਿੱਤਾ ਗਿਆ, ਇਹ ਸਤੀ ਪ੍ਰਥਾ ਵੀ ਚਾਲੂ ਕਰਨਗੇ। ਮੈਂ ਔਰਤ ਨੂੰ ਇਹ ਗੱਲ ਸਮਝਾਉਣੀ ਚਾਹੁੰਦਾ ਕਿ ਆਪਣੇ ਰਾਈਟ ਨੂੰ ਸਮਝੋ, ਡਾਕਟਰ ਬਾਬਾ ਸਾਹਿਬ ਅੰਬੇਡਕਰ ਨੂੰ ਪੜ੍ਹਨਾ ਸ਼ੁਰੂ ਕਰੋ, ਸੰਵਿਧਾਨ ਨੂੰ ਪੜ੍ਹਨਾ ਸ਼ੁਰੂ ਕਰੋ, ਆਪਣੇ ਹੱਕਾਂ ਦੀ ਰਾਖੀ ਜਿਹੜੀ ਆ ਆਪ ਕਰੋ। ਤੁਹਾਨੂੰ ਸੜਕਾਂ ਤੇ ਆਉਣਾ ਪੈਣਾ, ਹਥਿਆਰ ਲਵੋ। IPC ਦੀ ਧਾਰਾ 100 ਦੇ ਮੁਤਾਬਿਕ ਜੇ ਔਰਤ ਦੇ ਨਾਲ ਕੋਈ ਛੇੜਖਾਨੀ ਕਰਦਾ, ਕੋਈ ਉਹਦੀ ਇੱਜ਼ਤ ਤੇ ਹੱਥ ਪਾਉਣ ਦੀ ਕੋਸ਼ਿਸ਼ ਕਰਦਾ, ਤੇ ਔਰਤ ਨੂੰ ਉਹਦਾ ਕਤਲ ਕਰਨ ਦਾ ਅਧਿਕਾਰ ਆ। ਤੇ ਮੈਂ ਔਰਤ ਨੂੰ ਇਹ ਗੱਲ ਦੱਸਣਾ ਵੀ ਆਪਣੀ ਰਾਖੀ ਆਪ ਕਰਨਾ ਸਿੱਖੋ। ਆਪਣੀ ਜਿਹੜੀ ਮਾਨਸਿਕ ਜਿਹੜੀ ਤੁਹਾਡੀ ਪਾਵਰ ਆ ਉਹਨੂੰ ਮਜ਼ਬੂਤ ਕਰੋ, ਆਪਣੀ ਹੈਲਥ ਜਿਹੜੀ ਤੁਹਾਡੀ ਪਾਵਰ ਆ ਉਹਨੂੰ ਮਜ਼ਬੂਤ ਕਰੋ, ਠੀਕ ਆ ਨਾ। ਛੱਡ ਦਿਓ ਝਾਂਜਰਾਂ ਪਾਉਣੀਆਂ, ਛੱਡ ਦਿਓ ਚੂੜੀਆਂ ਪਾਉਣੀਆਂ। ਹੁਣ ਤੁਹਾਡੇ ਜਿਹੜਾ ਟਾਈਮ ਆ ਗਿਆ ਹਥਿਆਰ ਰੱਖਣ ਦਾ, ਤੇ ਤਕੜੇ ਹੋ ਜਾਓ। ਮੈਂ ਆਪਣੇ ਸਮਾਜ ਨੂੰ ਇਹ ਮੈਸੇਜ ਦੇਣਾ ਚਾਹੂੰਗਾ ਕਿ ਆਪਣੇ ਆਪਸੀ ਰੰਜਿਸ਼ਾਂ ਤੋਂ, ਆਪਣੇ ਮਨ ਮਿਟਾਵਾਂ ਤੋਂ, ਪ੍ਰਧਾਨਗੀਆਂ ਨੂੰ, ਚੌਧਰਾਂ ਨੂੰ ਛੱਡ ਕੇ, ਕਿਉਂਕਿ ਹੁਣ ਸਾਡੀ ਗੱਲ ਹੈਗੀ ਸਾਡੀਆਂ ਧੀਆਂ ਭੈਣਾਂ ਦੀਆਂ, ਸਾਡੀਆਂ ਇੱਜ਼ਤਾਂ ਤੇ ਸਾਡੀ ਗੱਲ ਆ ਗਈ ਆ। ਸਭ ਕੁਝ ਛੱਡ ਕੇ ਇਕੱਠੇ ਹੋ ਕੇ ਚੱਲੋ। ਛੱਡ ਦਿਓ ਕਿ ਮੈਂ ਵਾਲਮੀਕੀ ਸਮਾਜ ਚੋਂ ਆ ਜੀ, ਮੈਂ ਰਵਿਦਾਸੀਆ ਸਮਾਜ ਦੇ ਵਿੱਚੋਂ ਆ, ਜਾਂ ਮੈਂ ਜੱਟ ਆ, ਮੈਂ ਫਲਾਨਾ। ਸਾਨੂੰ ਇਹ ਨਹੀਂ ਜਾਤਾਂ ਪਾਤਾਂ 'ਚ ਵੰਡਿਆ ਹੋਇਆ। ਔਰਤ ਦੀ ਦੋ ਹੀ ਜਾਤਾਂ ਇਸ ਦੇਸ਼ ਦੇ ਵਿੱਚ, ਇੱਕ ਔਰਤ ਆ, ਇੱਕ ਮਰਦ ਆ, ਠੀਕ ਆ ਨਾ। ਔਰਤ ਸਾਡੇ ਤੇ ਸਿਰ ਦਾ ਤਾਜ ਆ, ਕਿਉਂਕਿ ਅਸੀਂ ਗੁਰੂ ਘਰ ਦੇ ਵਿੱਚ ਖੜੇ ਆ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿਰਾਜਮਾਨ ਆ। ਉਹਦੇ ਵਿੱਚ ਬਾਣੀ ਕਹਿੰਦੀ ਆ ਕਿ ਸੋ ਕਿਉ ਮੰਦਾ ਆਖੀਏ ਜਿਤ ਜਨਮੇ ਰਾਜਾਨ। ਸਾਡੇ ਔਰਤ ਸਿਰ ਦਾ ਤਾਜ ਆ, ਜਿੱਥੋਂ ਜਿਹਨੇ ਰਾਜਾ ਮਹਾਰਾਜਿਆਂ ਨੂੰ ਜਨਮ ਦਿੱਤੇ। ਅਸੀਂ ਵੀ ਕਿਸੇ ਮਾਂ ਦੇ ਪੇਟ 'ਚੋਂ ਜਨਮ ਲਿਆ ਹੋਇਆ। ਰੱਬ ਤੋਂ ਪਹਿਲਾਂ ਮਾਂ ਆਉਂਦੀ ਹੈ, ਸਾਨੂੰ ਇਹ ਦੁਨੀਆ ਮਾਂ ਨੇ ਦਿਖਾਲੀ ਹੈ, ਠੀਕ ਹੈ ਨਾ। ਇਸ ਕਰਕੇ ਔਰਤ ਦੀ ਇੱਜ਼ਤ ਨੂੰ ਅਸੀਂ ਆਪਣੇ ਸਿਰ ਦਾ ਤਾਜ ਬਣਾ ਕੇ, ਅਗਲੀ ਰਣਨੀਤੀ ਇਹ ਆ ਕਿ ਜੇ ਇਹ ਘਟਨਾਵਾਂ, ਜਿੱਦਾਂ ਤੁਸੀਂ ਦੱਸਿਆ ਕਿ ਲਗਾਤਾਰ 3 ਘਟਨਾਵਾਂ ਹੋ ਗਈਆਂ ਹੈਗੀਆਂ, ਨਹੀਂ ਰੁਕਦੇ, ਤਾਂ ਫਿਰ ਅਸੀਂ ਜਿੱਦਾਂ ਅੱਜ ਪ੍ਰੋਟੈਸਟ ਕਰ ਰਹੇ ਹੈਗੇ ਆ, ਮੋਦੀ ਜੋਗੀ ਦੇ ਪੁਤਲੇ ਵੀ ਸਾੜੇ ਹੈਗੇ ਆ, ਠੀਕ ਆ। ਅਸੀਂ ਆਪਣੇ ਸ਼੍ਰੀ ਗੁਰੂ ਰਵਿਦਾਸ ਮੰਦਿਰ ਮੈਮੋਰੀਅਲ ਟਰਸਟ ਵੱਲੋਂ ਵੀ ਅਸੀਂ ਮੰਗ ਕਰਦੇ ਹਾਂ ਕਿ ਇਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ। ਮੈਂ ਇੱਕ ਗੱਲ ਕਲੀਅਰ ਕਰ ਲਵਾਂ, ਮੈਂ ਇਨਕਾਊਂਟਰ ਦੇ ਹੱਕ ਦੇ ਵਿੱਚ ਨਹੀਂ ਹੈਗਾ, ਠੀਕ ਹੈ ਨਾ। ਕਿਉਂਕਿ ਕਿਸੇ ਗਰੀਬ ਬੱਚਿਆਂ ਨੂੰ, ਅਮੀਰਾਂ ਦੇ ਬੱਚਿਆਂ ਨੂੰ ਬਚਾਉਣ ਦੇ ਲਈ, ਲੀਡਰਾਂ ਦੇ ਬੱਚਿਆਂ ਨੂੰ ਬਚਾਉਣ ਦੇ ਲਈ, ਲੋਕਾਂ ਦੇ ਗੁੱਸੇ ਨੂੰ ਸ਼ਾਂਤ ਕਰਨ ਦੇ ਲਈ, ਕਿਸੇ ਗਰੀਬ ਬੱਚਿਆਂ ਨੂੰ ਘਰਾਂ ਦੇ ਵਿੱਚੋਂ ਰਾਤ ਨੂੰ ਚੱਕ ਕੇ ਜਾਂ ਟਰੱਕਾਂ ਵਾਲਿਆਂ ਨੂੰ ਫੜ ਕੇ ਉਹਨਾਂ ਦੇ ਤੁਸੀਂ ਇਨਕਾਊਂਟਰ ਕਰਕੇ ਉਹਨਾਂ ਨੂੰ ਮਾਰ ਦਿਓ, ਮੈਂ ਉਹਦੇ ਹੱਕ ਦੇ ਵਿੱਚ ਨਹੀਂ ਹੈਗਾ। ਸੰਵਿਧਾਨਿਕ ਰਾਈਟ ਆ ਕੇਸ ਨੂੰ ਫਾਸਟ ਟਰੈਕ ਦੇ ਉੱਤੇ ਲਾ ਕੇ, ਤੁਸੀਂ ਕਹਿ ਸਕਦੇ ਹੋ ਕਿ ਜਦੋਂ ਉਹਨਾਂ ਨੂੰ ਫਾਂਸੀ ਦੇਣੀ, ਫਾਂਸੀ 'ਚ ਵੀ ਤਾਂ ਕਲੀਅਰ ਦਿਖਾ ਕੇਸ ਦੇ ਵਿੱਚ ਨਹੀਂ। ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਇਸ ਦੇਸ਼ ਦੇ ਵਿੱਚ ਇੱਕ ਜਸਟਿਸ, ਠੀਕ ਹੈ ਨਾ, ਜੱਜ ਬਣੇ ਹੈਗੇ ਆ, IAS ਕਰਕੇ ਬਣਦੇ ਹੈਗੇ, PCS ਅਫਸਰ, ਸਾਰਾ ਇੱਕ ਚੱਲਦਾ ਹੈਗਾ। ਪੁਲਿਸ ਵਾਲੇ ਦਾ ਹੱਕ ਨਹੀਂ ਹੈ ਕਿਸੇ ਨੂੰ ਸਜ਼ਾ ਦੇਣਾ। ਪੁਲਿਸ ਵਾਲੇ ਦਾ ਹੱਕ ਹੈ ਦੋਸ਼ੀ ਨੂੰ ਫੜ ਕੇ ਕੋਰਟ ਦੇ ਵਿੱਚ ਪੇਸ਼ ਕਰਨਾ, ਇਹ ਜੱਜ ਤੈਅ ਕਰੂਗਾ, ਠੀਕ ਹੈ ਨਾ। ਦੇਖੋ ਸੰਵਿਧਾਨ ਬਾਬਾ ਸਾਹਿਬ ਅੰਬੇਡਕਰ ਨੇ ਲਿਖਿਆ, ਲਚਕਦਾਰ ਹੈਗਾ। ਤੁਸੀਂ ਜ਼ਿਕਰ ਕੀਤਾ ਜੱਜ ਸਾਹਿਬਾਨ ਦਾ, ਤੇ ਬੜੇ ਮਾਨਯੋਗ ਜੱਜ ਸਾਹਿਬਾਨ ਨੇ ਸਾਡੇ ਸੁਪਰੀਮ ਕੋਰਟ ਦੇ, ਤੇ ਉਹਨਾਂ ਦਾ ਬਿਆਨ ਆਉਂਦਾ ਇੱਕ ਕਿ ਇਹ ਜਿਹੜਾ ਰੇਪ ਹੈ, ਇਹਨੂੰ ਤੁਸੀਂ ਰੇਪ ਨਹੀਂ ਕਹਿ ਸਕਦੇ, ਬੇਰੋਜ਼ਗਾਰੀ ਕਾਰਨ ਹੋਇਆ, ਕਿਉਂਕਿ ਜਿਹੜੇ ਮੁੰਡੇ ਬੇਰੋਜ਼ਗਾਰ ਨੇ, ਕੁੜੀਆਂ ਬੇਰੋਜ਼ਗਾਰ ਮੁੰਡਿਆਂ ਨੂੰ ਪਸੰਦ ਨਹੀਂ ਕਰਦੀਆਂ, ਜਿਹਦੇ ਕਰਕੇ ਮੁੰਡੇ ਆਪਣੀ ਹਵਸ ਉਹ ਇਸ ਤਰੀਕੇ ਦੇ ਨਾਲ ਜਿਹੜੀ ਉਹ ਕੱਢਦੇ। ਬੇਰੁਜ਼ਗਾਰੀ ਦੇਣ ਕਿਹਦੀ ਆ? ਸਰਕਾਰ ਦੀ ਦੇਣਾ ਨਾ। ਸੁਪਰੀਮ ਕੋਰਟ ਸਰਕਾਰ ਦੇ ਖਿਲਾਫ ਬਿਆਨ ਕਿਉਂ ਨਹੀਂ ਕੱਢਦੀ? ਸਰਕਾਰ ਰੋਜ਼ਗਾਰ ਨਹੀਂ ਦੇ ਰਹੀ। ਮੋਦੀ ਸਾਹਿਬ ਦਾ ਬਿਆਨ ਸੀਗਾ ਨਾ, ਉਹਨਾਂ ਦੇ ਮੈਨੀਫੈਸਟੋ ਦੇ ਵਿੱਚ 2 ਕਰੋੜ ਨੌਕਰੀਆਂ ਦੇਵਾਂਗੇ ਅਸੀਂ ਸਾਲ ਦੀਆਂ, ਠੀਕ ਹੈ ਨਾ। ਕਿਉਂ ਨਹੀਂ ਮੋਦੀ ਸਾਹਿਬ ਨੂੰ ਅਰੈਸਟ ਕਰਦੇ? ਮੋਦੀ ਸਾਹਿਬ ਦੇ ਖਿਲਾਫ ਤੁਸੀਂ ਵਾਰੰਟ ਕਿਉਂ ਨਹੀਂ ਜਾਰੀ ਕਰਦੇ? ਯੋਗੀ ਦੇ ਖਿਲਾਫ ਵਾਰੰਟ ਕਿਉਂ ਨਹੀਂ ਜਾਰੀ ਕਰਦੇ? ਜਿਹੜਾ ਕਹਿ ਰਿਹਾ ਕਿ ਠਾਕੁਰਾਂ ਦਾ ਖੂਨ ਗਰਮ ਆਏ ਦੇ ਗੰਦੇ ਗੰਦੇ ਬਿਆਨ ਦੇ ਰਿਹਾ, ਉਹਨਾਂ ਦੇ ਖਿਲਾਫ ਤੁਸੀਂ ਵਾਰੰਟ ਕਿਉਂ ਨਹੀਂ ਜਾਰੀ ਕਰਦੇ ਪਏ? ਜੇ ਸੁਪਰੀਮ ਕੋਰਟ ਦੇ ਜੱਜ ਇੱਦਾਂ ਦੇ ਬਿਆਨ ਦੇਵੋਗੇ, ਫਿਰ ਤਾਂ ਮੈਂ ਸਮਝਦਾ ਕਿ ਸੰਵਿਧਾਨ ਖਤਮ ਹੋ ਚੁੱਕਾ। ਇਸ ਦੇਸ਼ ਦੇ ਵਿੱਚੋਂ ਜਿਹੜਾ ਆ ਸੰਵਿਧਾਨ ਨੂੰ ਖਤਮ ਕਰਕੇ ਤੁਸੀਂ ਮਨੁਸਮ੍ਰਿਤੀ ਲਾਗੂ ਕਰ ਦਿੱਤੀ ਗਈ ਹੈ, ਜਦਕਿ ਯੂਪੀ ਦੇ ਵਿੱਚ ਇੱਕ ਕੋਰਟ ਵੀ ਬਣ ਚੁੱਕੀ ਹੈ, ਜਿੱਥੇ ਇਹਨਾਂ ਨੇ ਮਨੁਸਮ੍ਰਿਤੀ ਰੱਖ ਕੇ ਇੱਕ ਕੋਰਟ ਬਣਾ ਲਈ ਹੈ। ਮਨੁਸਮ੍ਰਿਤੀ ਦੇ ਹਿਸਾਬ ਦੇ ਨਾਲ ਫੈਸਲੇ ਕੀਤੇ ਜਾ ਰਹੇ ਆ, ਠੀਕ ਹੈ ਨਾ। ਤੇ EVM ਦੇ ਮਾਧਿਅਮ ਰਾਹੀਂ ਇਹਨਾਂ ਨੇ ਲੋਕਾਂ ਦਾ ਵੋਟ ਸਿਸਟਮ ਵੀ ਖਤਮ ਕਰ ਦਿੱਤਾ, ਲੋਕਤੰਤਰ ਖਤਮ ਹੋ ਚੁੱਕਾ। ਫਿਰ ਤਾਂ ਸਾਡੇ ਕੋਲ ਇੱਕੋ ਹੀ ਮੀਨਿੰਗ ਹੈਗਾ ਕਿ ਹਥਿਆਰ ਹੀ ਆ ਸਾਡੇ ਕੋਲ, ਠੀਕ ਹੈ ਨਾ। ਫਿਰ ਤਾਂ ਸਾਨੂੰ ਵੀ ਜਿਹੜੇ ਆਦੀਵਾਸੀਆਂ ਵਾਂਗੂ ਨਕਸਲੀਏ ਬਣ ਕੇ ਨਿਕਲਣਾ ਪਊਗਾ, ਆਪਣੀਆਂ ਧੀਆਂ ਭੈਣਾਂ ਦੀ ਇੱਜ਼ਤ ਬਤਾਉਣ ਦੇ ਲਈ ਹਥਿਆਰ ਚੱਕਣੇ ਪਊਗੇ, ਠੀਕ ਆ ਜੀ। ਪਰ ਮੈਂ ਇੱਕ ਗੱਲ ਆਪਣੀ ਸਮਾਜ ਨੂੰ ਕਹਿਣਾ ਚਾਹੁੰਦਾ ਕਿ ਜੇ ਹਥਿਆਰ ਚੱਕਣੇ ਆ, ਇਕੱਠੇ ਹੋ ਜਾਓ, ਕਿਉਂਕਿ ਸਾਨੂੰ ਇਹਨਾਂ ਨੇ ਆਪਸ ਦੇ ਵਿੱਚ ਲੜਾ ਦੇਣਾ। ਬਾਬਾ ਸਾਹਿਬ ਅੰਬੇਡਕਰ ਨੇ ਇੱਕ ਗੱਲ ਕਹੀ ਸੀ, ਸਾਹਿਬ ਕਾਂਸ਼ੀ ਰਾਮ ਜੀ ਨੇ ਵੀ ਕਹੀ ਆ ਕਿ ਹਥਿਆਰਬੰਦ ਜਥੇਬੰਦੀਆਂ ਨੂੰ ਕੁਚਲਣਾ ਸਰਕਾਰ ਦੇ ਖੱਬੇ ਹੱਥ ਦੀ ਖੇਲ ਹੁੰਦੀ ਹੈ, ਠੀਕ ਹੈ ਨਾ। ਇਹ ਨਹੀਂ ਵੀ ਅਸੀਂ ਆਪਸ ਦੇ ਵਿੱਚ ਲੜ ਕੇ ਮਰ ਜਾਈਏ, ਤੇ ਆਪਣੀਆਂ ਪਾਰਟੀਆਂ, ਆਪਣੀਆਂ ਸੰਸਥਾਵਾਂ ਤੋਂ ਉੱਪਰ ਉੱਠ ਕੇ ਇਸ ਟਾਈਮ ਇੱਕੋ ਹੀ ਸਾਡੇ ਦਿਲ ਦੇ ਵਿੱਚ ਹੋਣਾ ਚਾਹੀਦਾ, ਜਨੂਨ ਹੋਣਾ ਚਾਹੀਦਾ ਕਿ ਸਾਡੀ ਧੀ ਭੈਣ ਦੇ ਨਾਲ ਇੱਕ ਵਾਰੀ ਸੋਚ ਕੇ ਦੇਖੋ, ਜੇ ਸਾਡੀ ਆਪਣੀ ਬੇਟੀ ਦੇ ਨਾਲ, ਆਪਣੀ ਭੈਣ ਦੇ ਨਾਲ
ਜੇ ਇਹ ਕੰਮ ਹੋਇਆ ਹੋਵੇ ਤਾਂ ਕਿਸੇ ਦੀ ਜੀਭ ਕੱਢ ਦੇਣੀ, ਤਾਂ ਉਹ ਬੰਦਾ 15 ਦਿਨ ਤੜਫਦਾ ਰਹੇ ਹਸਪੀਟਲ ਦੇ ਵਿੱਚ, ਤਾਂ ਉਸ ਤੋਂ ਬਾਅਦ ਉਹਦੀ ਡੈਥ ਹੁੰਦੀ ਆ, ਤੇ ਉਹ ਹਸ਼ਰ ਕੀ ਹੋਊਗਾ। ਇੱਕ ਵਾਰੀ ਸੋਚ ਕੇ ਆਪਣੇ ਜ਼ਮੀਰ ਨੂੰ ਜਗਾਓ। ਇੱਥੇ ਹੰਸਰਾਜ ਹੰਸ ਵਰਗੇ ਸਾਡੇ ਸਮਾਜ ਦੇ ਵਿੱਚੋਂ ਮੈਂਬਰ ਪਾਰਲੀਮੈਂਟ ਬਣ ਕੇ ਗਏ ਆ, ਜਿਨ੍ਹਾਂ ਨੇ ਇੱਕ ਗਾਣਾ ਗਾਇਆ ਸੀਗਾ, ਨਾ ਇਹ ਕਹਿਰ ਗੁਜ਼ਾਰੋ ਧੀਆਂ ਕੁੱਖ ਦੇ ਵਿੱਚ ਨਾ ਮਾਰੇ। ਮੈਂ ਹੰਸਰਾਜ ਹੰਸ ਜੀ ਨੂੰ ਵੀ ਕਹਿੰਦਾ ਆ, ਛੱਡ ਦਿਓ ਤਲਵੇ ਮੋਢੀ ਦੇ ਚੱਟਣੇ, ਕੁਛ ਨਹੀਂ ਮਿਲਣਾ ਤੁਹਾਨੂੰ। ਤੇ ਇੱਥੇ ਤੁਹਾਨੂੰ ਕਟਾਸ਼ ਨਹੀਂ ਕਰਨਾ ਚਾਹੁੰਦੀ, ਪਰ ਹਰ ਇੱਕ ਦੀ ਜ਼ੁਬਾਨ ਤੇ ਹੰਸਰਾਜ ਹੰਸ ਦਾ ਨਾਮ ਆ ਰਿਹਾ। ਪਰ ਦੇਖਿਆ ਜਾਵੇ ਤਾਂ ਸਾਡੇ ਬਹੁਤ ਸਾਰੇ ਐਮਪੀ ਨੇ ਜਿਹੜੇ ਬਹੁਤ ਸਾਰੇ ਸਭਾ ਦੇ ਵਿੱਚ ਚੌਧਰੀ ਸਾਹਿਬ ਆ, ਸੋਮ ਪ੍ਰਕਾਸ਼ ਜੀ ਆ, ਬਿਲਕੁਲ ਜੀ। ਸਾਰੇ ਹੰਸਰਾਜ ਨਹੀਂ, ਹੰਸ ਦਾ ਨਾਮ ਮੈਂ ਹੰਸਰਾਜ ਹੰਸ ਨੂੰ ਇਸ ਕਰਕੇ ਕਹਿ ਰਿਹਾ ਕਿ ਉਹ ਸਾਡੇ ਸਮਾਜ ਦੇ ਵਿੱਚੋਂ ਆ। ਸੋਮ ਪ੍ਰਕਾਸ਼ ਜੀ ਨੂੰ ਵੀ ਮੈਂ ਕਹਿ ਰਿਹਾ, ਸੋਮ ਪ੍ਰਕਾਸ਼ ਨੂੰ ਵੀ ਕਹਿੰਦਾ, ਹਾਂ ਚੌਧਰੀ ਨੂੰ ਵੀ ਮੈਂ ਕਹਿੰਦਾ, ਸਾਰੇ ਜਿੰਨੇ ਮੈਂ ਸਾਰੇ SC ST ਨੂੰ ਕਹਿੰਦਾ, ਜਿੰਨੇ SC ST ਹੈਗੇ ਆ, ਜਿੰਨੇ ਬਾਬਾ ਸਾਹਿਬ ਅੰਬੇਡਕਰ ਦੀ ਬਦੌਲਤ, ਇਹਨਾਂ ਨੂੰ ਤਾਂ ਚਪੜਾਸੀ ਲੱਗਣ ਦਾ ਅਧਿਕਾਰ ਨਹੀਂ ਸੀਗਾ, ਠੀਕ ਹੈ ਨਾ। ਬਾਬਾ ਸਾਹਿਬ ਅੰਬੇਡਕਰ ਦੀ ਬਦੌਲਤ ਇਹਨਾਂ ਨੂੰ ਰਿਜ਼ਰਵੇਸ਼ਨ ਲੈ ਕੇ ਦਿੱਤੀ ਹੈਗੀ। ਇਹਨਾਂ ਨੂੰ ਇਸ ਕਰਕੇ ਪਾਰਲੀਮੈਂਟ ਦੇ ਵਿੱਚ ਭੇਜਿਆ, ਵਿਧਾਨ ਸਭਾ ਦੇ ਵਿੱਚ ਭੇਜਿਆ ਹੈਗਾ, ਜਾ ਕੇ ਤੁਸੀਂ ਸਾਡੀ ਸਮਾਜ ਦੀ ਗੱਲ ਕਰੋ। ਸਾਡੇ ਤੇ ਵੀ ਗੱਲ ਤੁਹਾਨੂੰ ਕਲੀਅਰ ਕਰ ਦੇਣਾ ਚਾਹੁੰਦੀ ਹਾਂ ਕਿ ਤੁਸੀਂ ਹੰਸਰਾਜ ਹੰਸ ਦਾ ਜਾ ਕੇ ਪੇਜ ਵੀ ਖੋਲੂਗੇ, ਉਹਦੇ ਵਿੱਚ ਉਹਨਾਂ ਨੇ ਸਪੈਸ਼ਲ ਯੋਗੀ ਨੂੰ ਇੱਕ ਰਿਟਨ ਦੇ ਵਿੱਚ ਲਿਖ ਕੇ ਵੀ ਭੇਜਿਆ ਕਿ ਇਹਦੇ ਤੇ ਫਟਾਫਟ ਕੁਇਕਲੀ ਤੁਹਾਨੂੰ ਐਕਸ਼ਨ ਜਿਹੜਾ ਉਹ ਲੈਣਾ ਚਾਹੀਦਾ। ਹਜੇ ਤੱਕ ਚੌਧਰੀ ਦਾ ਇੱਕ ਵੀ ਬਿਆਨ ਨਹੀਂ ਆਉਂਦਾ, ਜਦਕਿ ਉਹ ਵੀ MP ਨੇ, ਉਹ ਵੀ ਤਾਂ ਜਲੰਧਰ ਤੋਂ। ਬਿਲਕੁਲ ਜੀ, ਜਲੰਧਰ ਦੇ ਬਿਲਕੁਲ। ਵਿੱਚ ਇੰਨੇ ਪ੍ਰੋਟੈਸਟ ਚੱਲ ਰਹੇ ਨੇ, ਸੋਮ ਪ੍ਰਕਾਸ਼ ਕਹਿਣ ਤੇ ਸਿੱਧੇ BJP ਦੇ ਸਾਂਸਦ ਦੇ ਵਿੱਚ ਸਾਂਸਦ ਨੇ। ਜਾਂਦੇ ਨੇ, ਉਹ ਹਜੇ ਤੱਕ ਇੱਕ ਵੀ ਬਿਆਨ ਨਹੀਂ ਦਿੰਦੇ। ਇਹਨੂੰ ਤੁਸੀਂ ਕਿਸ ਚੀਜ਼ ਦਾ ਨਾਲ ਲੈਂਦੇ? ਇਹ ਸਿਰਫ ਬਕਾਊ ਲੋਕ ਆ, ਇਹ ਟਿਕਟਾਂ ਦੇ ਭੁੱਖੇ ਲੋਕ ਆ। ਇਹਨਾਂ ਨੂੰ ਪਤਾ ਜੇ ਅਸੀਂ ਬਿਆਨ ਦੇਵਾਂ, ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਦਾ, ਸਾਡਾ ਇੱਕ ਵਾਲਮੀਕੀ ਭਰਾ ਬੌਬੀ, ਜਦੋਂ ਪਿਛਲੇ ਸਾਲ ਉਹਦੀ 2019 ਦੇ ਵਿੱਚ ਫਗਵਾੜੇ ਦੇ ਵਿੱਚ ਜਿਹੜੀ ਆ ਉਹਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਜਾਂਦੀ ਆ, ਉਦੋਂ ਸਾਂਪਲਾ ਸਾਹਿਬ ਜਿਹੜੇ ਆ ਉਹ ਵੀ ਸਾਡੇ ਸਮਾਜ ਦੇ ਵਿੱਚੋਂ ਹੀ ਆ, ਉਹ ਮੈਂਬਰ ਪਾਰਲੀਮੈਂਟ ਸੀਗੇ, ਠੀਕ ਆ। ਉਸ ਤੋਂ ਬਾਅਦ ਉਹਨਾਂ ਦਾ ਇੱਕ ਜਦੋਂ ਉਹਨਾਂ ਦੀ ਟਿਕਟ ਕੱਟ ਹੋਈ, ਉਹਨਾਂ ਦਾ ਬਿਆਨ ਵੀ ਆਇਆ ਸੀਗਾ ਕਿ ਬੌਬੀ ਦੇ ਕਾਤਲਾਂ ਦੇ 38 ਪਰਚੇ ਮੈਂ ਰੱਦ ਕਰਵਾਏ, ਠੀਕ ਹੈ ਨਾ। ਤੇ ਸੋਮ ਪ੍ਰਕਾਸ਼ ਜੀ ਇੱਕ ਪਾਸੇ ਜਿਹੜਾ SC ਸਮਾਜ ਜਿਹੜਾ ਆ ਆਪਣੇ ਦਲਿਤ ਸਮਾਜ ਦਾ ਧਰਨਾ ਲੱਗਾ ਹੋਇਆ ਸੀ, ਦੂਜੇ ਪਾਸੇ ਜਨਰਲ ਕਾਸਟ ਦਾ ਧਰਨਾ ਲੱਗਾ ਹੋਇਆ ਸੀ, ਤਾਂ ਸੋਮ ਪ੍ਰਕਾਸ਼ ਜਿਹੜਾ ਆ ਉਹ ਜਨਰਲ ਕਾਸਟ ਦੇ ਧਰਨੇ ਵਿੱਚ ਬੈਠਾ ਹੋਇਆ ਸੀ। ਮੈਂ ਤੁਹਾਨੂੰ ਇਹ ਗੱਲ ਦੱਸਣੀ ਚਾਹੁੰਦਾ ਕਿ ਇਹ ਲੋਕ ਜਿਹੜੇ ਆ ਉਹਨਾਂ ਦੇ ਗੁਲਾਮ ਆ, ਉਹ ਜਿੱਦਾਂ ਇਹਨਾਂ ਨੂੰ ਕਹਿੰਦੇ ਆ, ਜਿੱਥੇ ਜਾ ਕੇ ਬਹਿਣ ਨੂੰ ਕਹਿੰਦੇ ਉੱਥੇ ਬਹਿ ਜਾਂਦੇ, ਜਿੱਦਾਂ ਬੋਲਣ ਨੂੰ ਕਹਿੰਦੇ ਬੋਲ ਦਿੰਦੇ। ਇਹਦਾ ਉੱਥੇ ਬੈਠਣ ਦਾ ਨਤੀਜਾ ਹੀ ਆ ਕਿ ਜਿਹੜੇ ਹੱਕ ਸੱਚ ਦੀ ਲੜਾਈ ਬੌਬੀ ਦੇ ਹੱਕ 'ਚ ਲੜਦੇ ਪਏ ਸੀਗੇ, ਉਹ ਅੱਜ ਵੀ ਸੜਕਾਂ 'ਤੇ ਲੜਦੇ ਪਏ ਆ, ਤੇ ਜਿਹੜਾ ਉਹਨਾਂ ਦੇ ਹੱਕ ਦੇ ਵਿੱਚ ਬੈਠਾ ਸੀ, ਉਹਨਾਂ ਨੇ ਮੈਂਬਰ ਪਾਰਲੀਮੈਂਟ ਬਣਾ ਕੇ, ਕੇਂਦਰੀ ਮੰਤਰੀ ਬਣਾ ਕੇ ਉਹਨੂੰ ਭੇਜ ਦਿੱਤਾ ਹੈਗਾ। ਜਿਹੜਾ ਉਹਨਾਂ ਦੀ ਜਿੰਨੀ ਜ਼ਿਆਦਾ ਗੁਲਾਮੀ ਕਰੂਗਾ, ਉਹਨੂੰ ਉਨਾ ਜ਼ਿਆਦਾ ਹੀ ਗੁੰਗੇ ਬੋਲੇ ਲੋਕਾਂ ਨੂੰ ਉਹ ਅੱਗੇ ਲੈ ਕੇ ਜਾਣਗੇ। ਜਿਹੜੇ ਲੋਕ ਲੜਾਈ ਲੜਨ ਵਾਲੇ ਆ, ਬੋਲਣ ਵਾਲੇ, ਉਹਨਾਂ ਨੂੰ ਉਹ ਨਕਾਰ ਦੇਣਗੇ, ਕਦੀ ਉਹਨਾਂ ਤੇ ਦੇਸ਼ ਧਰੋਹੀ ਦਾ ਪਰਚਾ ਪਾ ਦੇਣਗੇ, ਕਦੀ ਕਿਸੇ ਤਰ੍ਹਾਂ ਉਹਨਾਂ ਨੂੰ ਪਿੱਛੇ ਛੱਡ ਦੇਣਗੇ।